ਹੈਲੋ ਐਂਡ ਵੈਲਕਮ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਜਿਸ ਦਾ ਨਾਮ ਹੈ ਕਨੈਕਟ ਸ਼ੀਸ਼ਾ। ਮੈਂ ਮਨਪ੍ਰੀਤ ਰੰਧਾਵਾ। ਕੌਰ ਸਿੰਘ ਸੰਗਰੂਰ ਦੇ ਇੱਕ ਪਿੰਡ ਖੁਨਾਲ ਖੁਰ ਤੋਂ ਉੱਠਿਆ ਹੋਇਆ ਉਹ ਇੱਕ ਆਮ ਜਿਹਾ ਵਿਅਕਤੀ ਜਿਨੇ ਅੰਤਰਰਾਸ਼ਟਰੀ ਲੈਵਲ ਤੇ ਖਿਆਤੀ ਪ੍ਰਾਪਤ ਕੀਤੀ, ਪ੍ਰਸਿੱਧੀ ਪ੍ਰਾਪਤ ਕੀਤੀ। 74 ਵਰ੍ਹਿਆਂ ਦੀ ਉਮਰ ਦੇ ਵਿੱਚ ਕੁਰੂਕਸ਼ੇਤਰ ਦੇ ਇੱਕ ਹਸਪਤਾਲ ਦੇ ਵਿੱਚ ਗੁਮਨਾਮੀ ਦੀ ਮੌਤ ਮਰ ਗਿਆ। 3 ਗੋਲਡ ਮੈਡਲ, ਏਸ਼ੀਅਨ ਗੇਮਸ ਦੇ ਵਿੱਚ ਗੋਲਡ ਮੈਡਲ। ਉਸ ਤੋਂ ਬਾਅਦ ਮੁਹੰਮਦ ਅਲੀ ਉਹ ਇੱਕ ਨਾਮ ਆ ਅਮਰੀਕਾ ਦਾ ਮਸ਼ਹੂਰ ਬਾਕਸਰ ਜਿਹੜਾ ਪੂਰੀ ਦੁਨੀਆ ਦੇ ਵਿੱਚ ਲੈਜੈਂਡ ਮੰਨਿਆ ਜਾਂਦਾ। ਉਹਦੇ ਨਾਲ 1980 ਦੇ ਵਿੱਚ ਦਿੱਲੀ ਦੇ ਨੈਸ਼ਨਲ ਸਟੇਡੀਅਮ ਦੇ ਵਿੱਚ ਬਾਕਸਿੰਗ ਦਾ ਇੱਕ ਐਗਜ਼ੀਬਿਸ਼ਨ ਮੈਚ ਖੇਡਿਆ ਜਿਹਨੂੰ 50,000 ਲੋਕ ਦੇਖਣ ਆਏ। ਪਰ ਇਸ ਦੇ ਬਾਵਜੂਦ ਇਹ ਕੌਰ ਸਿੰਘ ਮਰ ਜਾਂਦਾ, ਜਿਹਨੂੰ ਪਤਾ ਹੀ ਨਹੀਂ ਹੁੰਦਾ, ਗੁਮਨਾਮੀ ਦੀ ਦੁਨੀਆ ਦੇ ਵਿੱਚ ਚਲਾ ਜਾਂਦਾ। ਕੀ ਕਾਰਨ ਸੀ? ਕੀ ਸਾਡੀਆਂ ਸਰਕਾਰਾਂ ਦਾ ਵਿਤਕਰਾ ਰਿਹਾ? ਇਸ ਉੱਤੇ ਗੱਲ ਕਰਾਂਗੇ। ਔਰ ਨਾਲ ਹੀ ਭਾਰਤ ਦੇ ਨਾਮੀ ਗ੍ਰਾਮੀ ਰੈਸਲਰਸ ਜਿਹੜੇ ਅੱਜ ਕੱਲ੍ਹ ਜੰਤਰ ਮੰਤਰ ਤੇ ਧਰਨਾ ਪ੍ਰਦਰਸ਼ਨ ਕਰ ਰਹੇ ਨੇ, ਕੋਈ ਉਹਨਾਂ ਨੂੰ ਕੁਝ ਚਾਹੀਦਾ ਨਹੀਂ, ਕੇਵਲ ਤੇ ਕੇਵਲ ਇੱਕ ਮੰਗਾ ਕਿ ਸਾਨੂੰ ਇਨਸਾਫ ਦਿਓ। ਇੱਕ FIR ਨਹੀਂ ਹੋ ਰਹੀ ਔਰ ਸੁਪਰੀਮ ਕੋਰਟ ਨੂੰ ਦਖਲ ਦੇਣਾ ਪੈ ਰਿਹਾ। ਔਰ ਬੀਤੇ ਕੱਲ੍ਹ ਦਿੱਲੀ ਪੁਲਿਸ ਨੇ ਇੱਕ ਆਪਣਾ ਜਵਾਬ ਦਾਖਲ ਕੀਤਾ। ਕੀ ਕਹਿੰਦੇ ਨੇ, ਕਿਉਂ ਨਹੀਂ FIR ਹੋ ਰਹੀ, ਇਸ ਬਾਰੇ ਵੀ ਗੱਲ ਕਰਾਂਗੇ। ਤੇ ਅਰਵਿੰਦ ਕੇਜਰੀਵਾਲ ਕਹਿੰਦੇ ਉਹਨਾਂ ਨੂੰ ਆਦਤ ਹੋ ਗਈ ਹੈ ਸ਼ੀਸ਼ ਮਹਿਲ ਦੇ ਵਿੱਚ ਰਹਿਣ ਦੀ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹ ਗੱਲ ਕਹਿ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਲੀਡਰਸ ਤੇ ਇਹ ਗੱਲ ਕਹਿ ਰਹੇ ਨੇ ਕਾਂਗਰਸ ਦੇ ਲੀਡਰਸ। ਉਹ ਕਹਿੰਦੇ ਜਿਹੜਾ ਵਿਅਕਤੀ ਇੱਕ ਸੜਕ ਤੋਂ ਉੱਠਿਆ ਸੀ ਉਸ ਨੂੰ ਤਾਂ ਹੁਣ ਸ਼ੀਸ਼ ਮਹਿਲ ਦੇ ਵਿੱਚ ਰਹਿਣ ਦੀ ਆਦਤ ਹੋ ਗਈ ਆ। ਇਸੇ ਕਰਕੇ ਜਿਹੜਾ ਆਪਣੇ ਬੰਗਲੇ ਤੇ ਇੰਨੇ ਕਰੋੜ ਰੁਪਇਆ ਖਰਚਿਆ, ਇਹਦਾ ਹੁਣ ਜਵਾਬ ਕੌਣ ਦਊਗਾ? ਕੌਰ ਸਿੰਘ ਹੈਵੀਵੇਟ ਬਾਕਸਿੰਗ ਚੈਂਪੀਅਨ, ਜਿਹਨੂੰ ਪਦਮ ਸ਼੍ਰੀ ਕੌਰ ਸਿੰਘ ਵੀ ਕਹਿੰਦੇ ਸੀ ਕਿਉਂਕਿ ਪਦਮ ਸ਼੍ਰੀ ਨਾਲ ਵੀ ਉਹ ਨਵਾਜੇ ਗਏ ਸੀ। ਉਹਨਾਂ ਨੂੰ ਅਰਜੁਨ ਅਵਾਰਡ ਵੀ ਮਿਲਿਆ ਸੀ, ਅਰਜੁਨ ਅਵਾਰਡੀ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਆ। ਪਰ ਇਸ ਦੇ ਬਾਵਜੂਦ ਇੱਕ ਲੰਬੀ ਬਿਮਾਰੀ ਤੋਂ ਉਹ ਗ੍ਰਸਤ ਸੀ, ਕਾਫੀ ਉਹਨਾਂ ਨੂੰ ਪ੍ਰੋਬਲਮ ਸੀ, ਦਿਲ ਦੀ ਬਿਮਾਰੀ ਦੇ ਨਾਲ ਵੀ ਉਹ ਜੂਝ ਰਹੇ ਸੀ। ਇਹਨਾਂ ਸਾਰੀਆਂ ਦਿੱਕਤਾਂ ਦੇ ਬਾਅਦ ਔਰ ਇੰਨਾ ਨਾਮ ਖੱਟਣ ਤੋਂ ਬਾਅਦ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਹਾਇਤਾ ਨਹੀਂ ਮਿਲੀ। ਇਸ ਬਾਰੇ ਮੈਂ ਤੁਹਾਨੂੰ ਜ਼ਰੂਰ ਦੱਸੂਗਾ। ਪਰ ਹੁਣ ਪੰਜਾਬ ਦੇ ਫਾਈਨੈਂਸ ਮਿਨਿਸਟਰ ਨੇ ਹਰਪਾਲ ਸਿੰਘ ਚੀਮਾ, ਉਹ ਕਹਿੰਦੇ ਅਸੀਂ ਹੁਣ ਇੰਤਜ਼ਾਮ ਕਰਾਂਗੇ, ਯਾਨੀ ਕਿ ਸਰਕਾਰ ਇੰਤਜ਼ਾਮ ਕਰੂਗੀ। ਕੌਰ ਸਿੰਘ ਦਾ ਮ੍ਰਿਤਕ ਸਰੀਰ ਕੁਰੂਕਸ਼ੇਤਰ ਦੇ ਜਿਸ ਹਸਪਤਾਲ ਸੀ ਉੱਥੋਂ ਅਸੀਂ ਲੈ ਕੇ ਆਵਾਂਗੇ, ਉਹਨਾਂ ਦੇ ਪਿੰਡ ਪਹੁੰਚਾਵਾਂਗੇ ਤੇ ਉਹਨਾਂ ਦੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਵਾਂਗੇ। ਪਰ ਹੁਣ ਕਿਉਂ? ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਜਾਂ ਪ੍ਰਸ਼ਾਸਨ ਦਾ ਉਹਨਾਂ ਦੇ ਪ੍ਰਤੀ ਇੰਨਾ ਉਦਾਸੀਨ ਜਿਹੜਾ ਰਵੱਈਆ ਸੀ ਉਹ ਕਿਉਂ ਰਿਹਾ? ਦੇਖੋ, ਸਰਦਾਰ ਕੌਰ ਸਿੰਘ ਜੀ ਜਿਹੜੇ ਕਿ ਇਸ ਪਿੰਡ ਦੇ ਖਨਾਲ ਖੁਰਦ ਦੇ ਵਸਨੀਕ ਸੀਗੇ। ਬੜਾ ਲੰਬਾ ਅਰਸਾ ਉਹਨਾਂ ਨੇ ਦੇਸ਼ ਦੀ ਮਿਲਟਰੀ ਦੇ ਅੰਦਰ ਵੀ ਸੇਵਾ ਕੀਤੀ ਔਰ ਦੇਸ਼ ਦੀ ਪੰਜਾਬ ਪੁਲਿਸ ਦੇ ਅੰਦਰ ਵੀ ਸੇਵਾ ਕੀਤੀ ਔਰ ਵੱਖ-ਵੱਖ ਮੁਕਾਮ ਦੇ ਉੱਤੇ, ਨੈਸ਼ਨਲ ਲੈਵਲ ਦੇ ਉੱਤੇ, ਇੰਟਰਨੈਸ਼ਨਲ ਲੈਵਲ ਦੇ ਉੱਤੇ ਆਪਣੀ ਖੇਡ ਦਾ ਮੁਜ਼ਾਹਰਾ ਕੀਤਾ ਔਰ ਬਹੁਤ ਸਾਰੇ ਵੱਡੇ ਜਿਹੜੇ ਮੈਡਲ ਸੀਗੇ ਉਹ ਵੀ ਜਿੱਤ ਪ੍ਰਾਪਤ ਕੀਤੀ ਔਰ ਦੇਸ਼ ਦਾ ਨਾਮ, ਪੰਜਾਬ ਦਾ ਨਾਮ, ਪਿੰਡ ਦਾ ਨਾਮ ਜਿਹੜਾ ਹੈਗਾ ਇੰਟਰਨੈਸ਼ਨਲ ਲੈਵਲ 'ਤੇ ਰੌਸ਼ਨ ਕੀਤਾ। ਸੋ ਅੱਜ ਉਹਨਾਂ ਦੀ ਜਿਹੜੀ ਬੇਵਕਤੀ ਮੌਤ ਹੋਈ ਉਹਦੇ ਸ਼ਰਧਾਂਜਲੀ ਭੇਟ ਕਰਨ ਸਾਰੀ ਸਮੁੱਚਾ ਪ੍ਰਸ਼ਾਸਨ, ਸਾਥੀ ਸਾਰੇ ਪਹੁੰਚੇ ਨੇਗੇ। ਸੋ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਬਿਰਾਜਮਾਨ ਕਰੇ ਔਰ ਪਿੱਛੇ ਪਰਿਵਾਰ ਨੂੰ, ਸਾਰੇ ਸਾਥੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਸ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਕੌਰ ਸਿੰਘ ਕਹਿੰਦਾ ਸੀ, ਜਾਂ ਉਹਦੀ ਪਤਨੀ ਬਲਜੀਤ ਕੌਰ ਖੁਦ ਵੀ ਬਿਮਾਰ ਰਹੇ ਨੇ, ਕਹਿੰਦੇ ਅਸੀਂ ਆਪਣੇ ਬੱਚੇ ਸਪੋਰਟਸ ਦੇ ਵਿੱਚ ਨਹੀਂ ਭੇਜਣੇ। ਕੌਰ ਸਿੰਘ ਨੇ ਤਾਂ ਆਰਮੀ ਦੇ ਵਿੱਚ ਵੀ ਸੇਵਾ ਕੀਤੀ ਆ, ਡਿਫੈਂਸ ਫੋਰਸਿਸ ਦੇ ਵਿੱਚ ਵੀ ਗਿਆ, ਉਹ ਸਿਪਾਹੀ ਤੋਂ ਲੈ ਕੇ ਬਾਅਦ 'ਚ ਹਵਲਦਾਰ ਹੋਇਆ, ਬਾਅਦ 'ਚ ਇਹਨਾਂ ਦਿਨਾਂ ਦੇ ਵਿੱਚ ਸੂਬੇਦਾਰ ਵੀ ਰਿਟਾਇਰ ਇਹਨੂੰ ਕਿਹਾ ਜਾਂਦਾ ਸੀ ਕਿ ਉਹਨੂੰ ਆਨਰਰੀ ਰੈਂਕ ਮਿਲ ਗਿਆ। ਇਸ ਦੇ ਬਾਵਜੂਦ ਉਹ ਸਬ ਇੰਸਪੈਕਟਰ ਵੀ ਸੀ ਪੰਜਾਬ ਪੁਲਿਸ ਦੇ ਵਿੱਚ, ਲੇਕਿਨ ਜਿਹੜੀ ਪੈਨਸ਼ਨ ਉਹਨੂੰ ਮਿਲਦੀ ਸੀ ਉਹ ਇੰਨੀ ਕਾਫੀ ਨਹੀਂ ਸੀ ਕਿ ਉਹ ਆਪਣਾ ਇੱਕ ਇਲਾਜ ਕਰਵਾ ਪਾਵੇ। ਇਸ ਕਰਕੇ ਬਾਰ-ਬਾਰ ਗੁਹਾਰ ਲਾਉਂਦਾ ਰਿਹਾ। 1982 ਦੇ ਵਿੱਚ ਜਦੋਂ ਕੌਰ ਸਿੰਘ ਨੇ ਏਸ਼ੀਅਨ ਗੇਮਸ ਦੇ ਵਿੱਚ ਗੋਲਡ ਮੈਡਲ ਜਿੱਤਿਆ, ਦਿੱਲੀ ਦੇ ਵਿੱਚ ਹੋਈਆਂ ਸੀ ਏਸ਼ੀਅਨ ਗੇਮਸ, ਤੁਹਾਨੂੰ ਯਾਦ ਹੋਣਾ, ਉਦੋਂ ਦੀ ਸਰਕਾਰ ਨੇ ਇੱਕ ਅਨਾਊਂਸਮੈਂਟ ਕੀਤੀ ਸੀ, ਇੱਕ ਐਲਾਨ ਕੀਤਾ ਸੀ ਕਿ ਅਸੀਂ ਕੌਰ ਸਿੰਘ ਨੂੰ 1 ਲੱਖ ਰੁਪਇਆ ਦੇਵਾਂਗੇ। ਪਰ ਤੁਹਾਨੂੰ ਜਾਣ ਕੇ ਦੁੱਖ ਵੀ ਹੋਊਗਾ ਔਰ ਹੈਰਾਨੀ ਵੀ ਹੋਊਗੀ। ਤੁਸੀਂ ਸਰਕਾਰ ਨਾਲ ਲੜਾਈ ਲੜ ਰਹੇ ਹੋ ਜਾਂ ਉਹਨੂੰ ਛੱਡ ਹੀ ਦਿੱਤਾ? ਹੁਣ ਛੱਡਤਾ ਜੀ ਉਹਨਾਂ ਤੇ ਅਸੀਂ, ਹੁਣ ਸਾਡੀ ਸੁਣੀਓ ਨਹੀਂ, ਕਿਸੇ ਨੇ ਸੁਣਾਈ ਨਹੀਂ ਸੁਣੀ ਹੈਗੀ। ਹੀ ਵਾਜ਼ ਮੂਵਿੰਗ ਫਰਮ ਪਿਲਰ ਟੂ ਪੋਸਟ, ਹਰ ਦਰ ਭਟਕਦਾ ਰਿਹਾ ਸਰਕਾਰਾਂ ਦੇ, ਕਦੇ ਕਿਸੇ ਸਰਕਾਰ ਦੇ, ਕਦੇ ਕਿਸੇ ਮੰਤਰੀ ਦੇ, ਕਦੇ ਕਿਸੇ ਨਾਲ ਗੱਲ ਕਰਦਾ ਸੀ, ਪਰ ਉਹਨੂੰ ਉਹ 1 ਲੱਖ ਰੁਪਇਆ ਨਹੀਂ ਮਿਲਿਆ।
ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਸਰਕਾਰਾਂ ਐਲਾਨ ਕਰ ਦਿੰਦੀਆਂ ਨੇ, ਔਰ ਇਹ ਤਾਂ ਮੈਂ ਉਹਨਾਂ ਦੀ ਗੱਲ ਕਰ ਰਿਹਾ, ਉਸ ਵਿਅਕਤੀ ਦੀ ਗੱਲ ਕਰ ਰਿਹਾ ਜਿਹੜਾ ਚੈਂਪੀਅਨ ਸੀ, ਜਿਹਨੇ ਭਾਰਤ ਦਾ ਨਾਂ ਰੌਸ਼ਨ ਕੀਤਾ, ਜਿਹਨੇ ਪੰਜਾਬ ਦਾ ਨਾਂ ਰੌਸ਼ਨ ਕੀਤਾ। ਤੇ ਜਿਹੜੀਆਂ ਸਰਕਾਰਾਂ ਐਲਾਨ ਕਰਕੇ ਭੁੱਲ ਗਈਆਂ। ਵੈਸੇ 1982 ਦੇ ਵਿੱਚ ਦਰਬਾਰਾ ਸਿੰਘ ਮੁੱਖ ਮੰਤਰੀ ਸੀ, ਠੀਕ ਹੈ, ਉਹ ਨਹੀਂ ਰਹੇ, ਉਸ ਤੋਂ ਬਾਅਦ ਵੀ ਤਾਂ ਸਰਕਾਰਾਂ ਆਈਆਂ ਨਾ। ਤੁਸੀਂ ਸਪੋਰਟਸ ਦੀ ਗੱਲ ਕਰਦੇ ਹੋ ਕਿ ਅਸੀਂ ਸਪੋਰਟਸ ਨੂੰ ਅੱਗੇ ਵਧਾਉਣਾ। ਵੈਸੇ ਮੈਨੂੰ ਇੱਕ ਗੱਲ ਬਹੁਤ ਚੰਗੀ ਲੱਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ, ਜਾਂ ਜਿਹੜੀ ਆਮ ਆਦਮੀ ਪਾਰਟੀ ਦੀ ਪਾਲਿਸੀ ਆ ਕਿ ਘੱਟੋ ਘੱਟ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਜਾ ਕੇ ਜਿਸ ਤਰ੍ਹਾਂ 1-1 ਕਰੋੜ ਰੁਪਈਆ ਤੁਸੀਂ ਅਨਾਉਂਸ ਕੀਤਾ ਉਹਨਾਂ ਸੈਨਿਕਾਂ ਲਈ। ਇਹ ਤਾਂ ਪਾਲਿਸੀ ਆ ਕਿ ਜੇ ਕੋਈ ਔਨ ਡਿਊਟੀ ਕਿਸੇ ਤਰ੍ਹਾਂ ਉਹਦੀ ਮੌਤ ਹੋ ਜਾਂਦੀ ਹੈ ਤਾਂ ਤੁਸੀਂ 1-1 ਕਰੋੜ ਰੁਪਈਆ ਦਿੰਦੇ ਹੋ, ਚਾਹੇ ਉਹ ਹਵਲਦਾਰ ਮਨਦੀਪ ਸਿੰਘ ਹੋਣ, ਚਾਹੇ ਉਹ ਲਾਂਸ ਨਾਇਕ ਕੁਲਵੰਤ ਸਿੰਘ ਸੀ, ਚਾਹੇ ਉਹ ਸਿਪਾਹੀ ਹਰਕਿਸ਼ਨ ਸਿੰਘ ਸੀ, ਤੇ ਚਾਹੇ ਉਹ ਸਿਪਾਹੀ ਸੇਵਕ ਸਿੰਘ ਸੀ। ਇੱਕ ਛੋਟੀ ਜਿਹੀ ਮਾਲੀ ਸਹਾਇਤਾ ਹੈ, ਕਿਉਂਕਿ ਜਾਨ ਦੀ ਤਾਂ ਕੋਈ ਕੀਮਤ ਨਹੀਂ, ਸ਼ਹੀਦ ਦੀ ਸ਼ਹੀਦੀ ਦੀ ਕੋਈ ਕੀਮਤ ਨਹੀਂ ਹੁੰਦੀ, ਪਰ ਉਹਨਾਂ ਦੇ ਪਰਿਵਾਰ ਨੂੰ ਆਰਥਿਕ ਤੌਰ ਤੇ ਕੋਈ ਦਿੱਕਤਾਂ ਨਾ ਆਉਣ। ਅਸੀਂ ਜੋ ਸਾਡੀ ਪਾਲਿਸੀ ਹੈ ਸਰਕਾਰ ਦੀ ਕਿ ਸ਼ਹੀਦ ਚਾਹੇ ਪੰਜਾਬ ਪੁਲਿਸ ਦਾ ਕੋਈ ਸ਼ਹੀਦ ਹੋ ਜਾਏ, ਕੋਈ ਡਿਊਟੀ ਦੌਰਾਨ ਚਾਹੇ ਪੰਜਾਬ ਦੇ ਵਿੱਚੋਂ ਕੋਈ ਨੌਜਵਾਨ ਫੌਜ ਦੇ ਵਿੱਚ ਸ਼ਹੀਦ ਹੋ ਜਾਏ, ਅਸੀਂ ਉਹਨਾਂ ਦੇ ਘਰ 1 ਕਰੋੜ ਰੁਪਏ ਦਾ ਜਿਹੜਾ ਮਾਲੀ ਸਹਾਇਤਾ ਦਿੰਦੇ ਆ। ਭਗਵੰਤ ਮਾਨ ਨੇ ਇਹਨਾਂ ਸਾਰਿਆਂ ਦੇ ਘਰ ਘਰ ਜਾ ਕੇ 1-1 ਕਰੋੜ ਦੇ ਚੈੱਕ ਦਿੱਤੇ ਤਾਂ ਕਿ ਇਹਨਾਂ ਦੇ ਪਰਿਵਾਰਾਂ ਨੂੰ ਕਿਸੇ ਤਰ੍ਹਾਂ ਦੀ ਮਾਲੀ ਸਹਾਇਤਾ ਤੋਂ ਕਿਸੇ ਤਰ੍ਹਾਂ ਦੀ ਕੋਈ ਘਾਟ ਨਾ ਰਹਿ ਜੇ। ਤੇ ਇਸ ਤਰ੍ਹਾਂ ਦਾ ਪ੍ਰਬੰਧ ਅਸੀਂ ਆਪਣੇ ਖਿਡਾਰੀਆਂ ਲਈ ਕਿਉਂ ਨਹੀਂ ਕਰ ਸਕਦੇ। ਦੁਬਾਰਾ ਆਉਂਦੇ ਆ ਕੌਰ ਸਿੰਘ ਤੇ। ਸਨ 2017 ਦੇ ਵਿੱਚ ਕੌਰ ਸਿੰਘ ਮੋਹਾਲੀ ਦੇ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਦਾਖਲ ਹੁੰਦਾ, ਔਰ ਡਾਕਟਰਸ ਉਹਨੂੰ ਦੱਸਦੇ ਨੇ ਕਿ ਤੇਰੇ ਹਾਰਟ ਦੇ ਵਿੱਚ ਕਿਸੇ ਤਰ੍ਹਾਂ ਦੀ ਬਲੌਕੇਜ ਆ, obstruction ਆ, ਉਹਨੂੰ ਰਿਮੂਵ ਕਰਨਾ ਪਏਗਾ, ਉਹਦੇ ਲਈ ਸਟੈਂਟਸ ਪਾਏ ਜਾਣਗੇ। ਪਰ ਪੈਸੇ ਹੈ ਨਹੀਂ ਸੀ, ਚਾਹੀਦੇ ਸੀ 2 ਲੱਖ ਰੁਪਏ। ਬਹੁਤ ਸਾਰੇ ਲੋਕਾਂ ਨੂੰ ਅਪੀਲ ਕੀਤੀ, ਕੋਈ ਅੱਗੇ ਨਹੀਂ ਆਇਆ। ਆਖਿਰਕਾਰ ਇੱਕ ਮਨੀ ਲੈਂਡਰ, ਜਿਹੜੇ ਲੋਕ ਵਿਆਜ ਦੇ ਪੈਸਾ ਦਿੰਦੇ ਨੇ, ਉਸ ਕੋਲੇ ਕੌਰ ਸਿੰਘ ਨੂੰ ਜਾਣਾ ਪਿਆ ਔਰ 2 ਲੱਖ ਰੁਪਇਆ ਉਧਾਰਾ ਲੈਣਾ ਪਿਆ। ਅਸੀਂ ਉਸ ਚੈਂਪੀਅਨ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਦੇਖ ਕੇ ਅਸੀਂ ਤਾੜੀ ਮਾਰਦੇ ਸੀ, ਜਿਹੜੇ 50,000 ਲੋਕ ਉਹਨਾਂ ਨੂੰ ਦੇਖਣ ਗਏ ਸੀ ਜਦੋਂ ਉਹ 골ਡ ਮੈਡਲ ਜਿੱਤਦੇ ਸੀ। ਤੇ ਭਾਰਤ ਦਾ ਨਾਂ ਜਾਂ ਦੇਸ਼ ਦਾ ਨਾਂ ਜਾਂ ਦੇਸ਼ ਵਾਸੀਆਂ ਦਾ ਜਾਂ ਨਾਗਰਿਕਾਂ ਦਾ ਸਿਰ ਬਹੁਤ ਉੱਚਾ ਹੁੰਦਾ ਸੀ, ਗਰਵ ਕਰਦੇ ਸੀ। ਤੇ ਜਦੋਂ ਇੰਨੇ ਕੁ ਪੈਸੇ ਦੇਣੇ ਹੁੰਦੇ ਆ ਤਾਂ ਕੀ ਹਾਲ ਹੋ ਜਾਂਦਾ। ਹੁਣ ਤੁਸੀਂ ਦੇਖੋ 24 ਦਿਨ ਹਸਪਤਾਲ ਦੇ ਵਿੱਚ ਕੌਰ ਸਿੰਘ ਰਿਹਾ। ਉਹਨਾਂ ਦਿਨਾਂ ਦੇ ਵਿੱਚ, ਮੈਂ ਸਨ 2017 ਦੀ ਗੱਲ ਕਰ ਰਿਹਾ, ਪਰ ਕੋਈ ਪਤਾ ਨਹੀਂ ਲੈਣ ਆਇਆ। 25ਵੇਂ ਦਿਨ ਕੌਣ ਪਹੁੰਚਦਾ? ਇੱਕ ਪੱਤਰਕਾਰ ਪਹੁੰਚ ਕੇ ਤੇ ਇਹ ਉਹਦੀ ਜਾਣਕਾਰੀ ਲੈਂਦਾ ਕਿ ਤੁਹਾਨੂੰ ਆਖਰ ਹੋਇਆ ਕੀ ਹੈ। ਤੇ ਫਿਰ ਉਹ ਆਪਣੀ ਵਿਅਥਾ ਸੁਣਾਉਂਦਾ ਔਰ ਸਾਰੇ ਕਹਿੰਦਾ ਕੋਈ ਸਰਕਾਰੀ ਅਫਸਰ ਨਹੀਂ ਆਇਆ ਤੇ ਕੋਈ ਮੰਤਰੀ ਤਾਂ ਖੈਰ ਆਉਣਾ ਹੀ ਕੀ ਸੀ। ਇਸ ਤੋਂ ਬਾਅਦ ਤੁਸੀਂ ਦੇਖੋ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਦਾ ਹੁਣੇ ਪਿਛਲੇ ਦਿਨਾਂ ਦੇ ਵਿੱਚ ਦੇਹਾਂਤ ਹੋਇਆ, ਉਹ ਕਹਿੰਦੇ ਆਖਿਰਕਾਰ ਉਹਨਾਂ ਨੇ ਇੰਨੀ ਕੁ ਗੱਲ ਸੁਣੀ, ਕਹਿੰਦੇ ਠੀਕ ਹੈ ਤੈਨੂੰ 10,000 ਰੁਪਏ ਦੇ ਦਿੰਦੇ ਆ। 1 ਲੱਖ ਰੁਪਏ ਦਾ ਅਨਾਉਂਸਮੈਂਟ ਕੀਤੀ ਸੀ 1982 ਦੇ ਵਿੱਚ ਸਰਕਾਰ ਨੇ, 10,000 ਦਿੱਤੇ, 90,000 ਕਿਹਨੇ ਦੇਣੇ ਸੀ? ਤੇ 1 ਲੱਖ ਰੁਪਇਆ ਪੂਰਾ ਹੀ ਦੇ ਦਿੰਦੇ, ਘੱਟੋ ਘੱਟ ਉਹਦੇ ਇਲਾਜ 'ਚ ਕੰਮ ਆ ਜਾਂਦਾ। ਗੱਲ ਇੱਥੇ ਨਹੀਂ ਖਤਮ ਹੁੰਦੀ। ਇਹੀ ਕੌਰ ਸਿੰਘ ਜਦੋਂ ਨਵੀਂ ਸਰਕਾਰ ਆ ਜਾਂਦੀ ਹੈ, ਕਾਂਗਰਸ ਦੀ ਸਰਕਾਰ ਆ ਜਾਂਦੀ ਹੈ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਜਾਂਦੀ ਹੈ, ਤੇ ਦਸੰਬਰ ਦੇ ਮਹੀਨੇ ਸਨ 2017 ਦੇ ਵਿੱਚ ਉਸ ਵਕਤ ਦੇ ਫਾਈਨਾਂਸ ਮਿਨਿਸਟਰ ਮਨਪ੍ਰੀਤ ਸਿੰਘ ਬਾਦਲ ਨੂੰ ਅਪਰੋਚ ਕਰਦਾ, ਉਹਨਾਂ ਨੂੰ ਵੀ ਇਹੀ ਗੁਹਾਰ ਲਾਉਂਦਾ। ਮਨਪ੍ਰੀਤ ਸਿੰਘ ਬਾਦਲ ਬੜਾ ਅਜੀਬ ਜੀ ਗੱਲ ਕਰਦੇ ਆ। ਉਹ ਕਹਿੰਦੇ ਨੇ ਠੀਕ ਹੈ ਅਸੀਂ ਤੈਨੂੰ ਪੈਸੇ ਦੇ ਦਿੰਦੇ ਆ, ਪਰ ਤੇਰੀ ਇੱਕ ਰਿਟਨ ਰਿਕੁਐਸਟ ਆਉਣੀ ਚਾਹੀਦੀ ਆ, ਲਿਖਤੀ ਰੂਪ 'ਚ ਸਾਨੂੰ ਕੋਈ ਕਿਸੇ ਤਰ੍ਹਾਂ ਦੀ ਦਰਖਾਸਤ ਦੇ। ਔਰ ਦੂਸਰੀ ਗੱਲ ਜਿਹੜੀ ਕਹਿੰਦੇ ਆ, ਇਹ ਸਾਰਾ ਕੁਝ ਔਨ ਰੈਕਡ ਆ। ਉਹ ਕਹਿੰਦੇ ਇਹ ਸਾਰਾ ਪੈਸਾ ਤੈਨੂੰ ਇਹ ਐਸ਼ੋਰੈਂਸ ਦੇਣੀ ਪਏਗੀ, ਭਰੋਸਾ ਦੇਣਾ ਪਏਗਾ ਕਿ ਇਹ ਪੈਸੇ ਵਾਪਸ ਕਰਨੇ ਆ। ਜਦੋਂ ਇਹ ਸਾਰਾ ਕੁਝ ਨਹੀਂ ਹੋਏਗਾ ਤਾਂ ਸ਼ਾਇਦ ਪੈਸੇ ਨਹੀਂ ਮਿਲਣਗੇ। ਕੀ ਤੁਸੀਂ ਬੇਰੁਖੀ ਸਰਕਾਰਾਂ ਦੀ, ਇੱਕ ਵਿਅਕਤੀ ਕਿੰਨੇ ਕੁ ਪੈਸੇ ਮੰਗ ਰਿਹਾ, ਔਰ ਉਹ ਵਿਅਕਤੀ ਇਹ ਕੋਈ ਆਮ ਨਹੀਂ ਆ ਜਿਹੜਾ ਲਗਾਤਾਰ ਤੁਹਾਡੇ ਲਈ ਮੈਡਲ ਜਿੱਤ ਰਿਹਾ। ਕੌਰ ਸਿੰਘ ਨੇ ਇਕੱਲੇ ਸਪੋਰਟਸ ਦੇ ਮੈਦਾਨ ਦੇ ਵਿੱਚ ਮੈਡਲ ਨਹੀਂ ਜਿੱਤੇ। ਜਿਵੇਂ ਤੁਹਾਨੂੰ ਦੱਸਿਆ ਕਿ ਜਦੋਂ ਉਹ ਆਰਮੀ ਦੇ ਵਿੱਚ ਸੀ, 1971 ਦੀ ਮੈਂ ਗੱਲ ਕਰ ਰਿਹਾ, 23 ਸਾਲਾਂ ਦਾ ਸੀ, ਉਹਨੂੰ ਬਾਰਮੇਰ ਰਾਜਸਥਾਨ ਦਾ ਉਹ ਬਾਰਡਰ ਸੀ, ਪਾਕਿਸਤਾਨ ਦੇ ਨਾਲ ਜੰਗ ਲੱਗੀ ਸੀ। ਉੱਥੇ ਜਦੋਂ ਉਹ ਲੜਦਾ ਤੇ ਉੱਥੇ ਵੀ ਬਹਾਦਰੀ ਦਾ ਪ੍ਰਦਰਸ਼ਨ ਕਰਦਾ, ਸੈਨਾ ਮੈਡਲ ਮਿਲਿਆ ਸੀ। ਬਾਅਦ ਦੇ ਵਿੱਚ ਵਸ਼ਿਸ਼ਟ ਸੈਨਾ ਮੈਡਲ ਵੀ ਉਹਨੂੰ ਦਿੱਤਾ ਗਿਆ। ਪਦਮ ਸ਼੍ਰੀ ਤਾਂ ਉਹਨੂੰ ਕਹਿੰਦੇ ਸੀ। ਪਦਮ ਸ਼੍ਰੀ ਕੌਰ ਸਿੰਘ ਨਾਮ ਦੀ ਇੱਕ ਫਿਲਮ ਵੀ ਬਣਾਈ ਗਈ ਸੀ, ਸਨ 2020 ਦੇ ਵਿੱਚ ਰਿਲੀਜ਼ ਹੋਈ ਸੀ।
ਫਿਲਮਾਂ ਬਣਾ ਦਿੰਨੇ ਆ, ਨਾਮ ਉਹਦਾ ਚਮਕਾ ਦਿੰਨੇ ਆ, ਮੈਡਲ ਦੇ ਦਿੰਨੇ ਆ, ਉਸ ਤੋਂ ਬਾਅਦ ਤਾੜੀਆਂ ਵੀ ਮਾਰ ਦਿੰਨੇ ਆ। ਪਰ ਕੀ ਇਸ ਤਰ੍ਹਾਂ ਦੇ ਵਿਅਕਤੀ, ਉਹਨਾਂ ਨੂੰ ਅਸੀਂ ਸਹਾਇਤਾ ਨਹੀਂ ਕਰ ਸਕਦੇ, ਉਹਨਾਂ ਨੂੰ ਫਾਈਨੈਂਸ਼ੀਅਲ ਅਸਿਸਟੈਂਸ ਨਹੀਂ ਦੇ ਸਕਦੇ? ਇਸ ਟਾਈਮ ਸਾਡੇ ਨਾਲ ਕੌਰ ਸਿੰਘ ਜੀ ਨੇ। ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੱਛਾ, ਇੰਨੇ ਟਾਈਮ ਬਾਅਦ ਤੁਹਾਡੇ ਉੱਤੇ ਫਿਲਮ ਬਣ ਰਹੀ ਹੈ, ਅੱਜ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ ਤੁਸੀਂ? ਬਹੁਤ ਵਧੀਆ ਖੁਸ਼ੀ ਹੈ, ਸਾਰੇ ਪਿੰਡ ਨੂੰ, ਸਾਰੀ ਦੁਨੀਆ ਨੂੰ ਇਹ ਖੁਸ਼ ਹੈ। ਬਹੁਤ ਟੈਲੀਫੋਨ ਆਉਂਦੇ ਨੇ, ਸਾਰੇ ਆਉਂਦੇ ਨੇ, ਹਰੇਕ ਬੱਚਾ ਖੁਸ਼ ਹੈ। ਅੱਛਾ, ਇਸ ਤੋਂ ਪਹਿਲਾਂ ਵੀ ਕੀ ਤੁਹਾਡੇ ਕੋਲ ਕੁਝ ਫਿਲਮ ਮੇਕਰ ਆਏ ਸੀਗੇ ਕਿ ਅਸੀਂ ਤੁਹਾਡੇ ਉੱਤੇ ਫਿਲਮ ਬਣਾਉਣੀ ਹੈ? ਨਹੀਂ, ਇਹੀ ਆਏ ਤੇ ਇਹਨਾਂ ਨੇ ਬਣਾਈ, ਫਿਰ ਇਹ ਕਹਿੰਦੇ ਅਸੀਂ ਬਣਾਵਾਂਗੇ। ਮੈਂ ਠੀਕ ਹੈ। ਅੱਛਾ, ਜੋ ਤੁਹਾਡੀ ਰੀਅਲ ਸਟੋਰੀ ਹੈ ਉਹ ਬਿਲਕੁਲ ਐਗਜ਼ੈਕਟ ਇਸੇ ਤਰ੍ਹਾਂ ਦਿਖਾਈ ਗਈ ਹੈ ਫਿਲਮ ਦੇ ਵਿੱਚ, ਜਾਂ ਕੁਝ ਥੋੜੇ ਬਦਲਾਵ ਕੀਤੇ, ਚੇਂਜ ਕੀਤੇ ਨੇ? ਕੋਈ ਬਦਲਾਅ ਨਹੀਂ ਕੀਤਾ, ਜਿਸ ਤਰ੍ਹਾਂ ਸਟੋਰੀ ਦੀ ਉਸ ਤਰ੍ਹਾਂ ਹੀ ਕਰਿਆ, ਸਾਰੀ ਸਟੋਰੀ ਉਸ ਤਰ੍ਹਾਂ ਹੀ ਸਹੀ। ਇੱਥੇ ਸ਼ੂਟਿੰਗ ਜਿਵੇਂ ਮੈਂ ਜਾਂਦਾ ਰਿਹਾ। ਗੱਲ ਇੱਥੇ ਨਹੀਂ ਖਤਮ ਹੁੰਦੀ ਇਕੱਲੇ ਕੌਰ ਸਿੰਘ ਤੇ, ਅੱਗੇ ਚੱਲੋ। ਇਸੇ ਕਰਕੇ ਤੁਸੀਂ ਦੇਖੋ ਕੌਰ ਸਿੰਘ ਵਰਗੀਆਂ ਫੈਮਲੀਜ਼, ਉਹਨਾਂ ਦੇ ਪਰਿਵਾਰ, ਉਹਨਾਂ ਨੇ ਕਦੇ ਵੀ ਆਪਣੇ ਬੱਚਿਆਂ ਨੂੰ ਪ੍ਰੇਰਿਤ ਹੀ ਨਹੀਂ ਕੀਤਾ। ਇਹ ਕੌਰ ਸਿੰਘ ਵੀ ਤੇ ਉਹਨਾਂ ਦੀ ਪਤਨੀ ਬਲਜੀਤ ਕੌਰ ਦੋਨੇ ਕਹਿੰਦੇ ਸੀ, ਕਹਿੰਦੇ ਅਸੀਂ ਆਪਣੇ ਬੱਚਿਆਂ ਨੂੰ ਸਪੋਰਟਸ ਦੇ ਵਿੱਚ, ਖੇਡਾਂ ਦੇ ਵਿੱਚ ਨਹੀਂ ਭੇਜਣਾ, ਕਿਉਂਕਿ ਜਿਸ ਤਰ੍ਹਾਂ ਦੀ ਸਾਡੀ ਜ਼ਿੰਦਗੀ ਆ, ਅਸੀਂ ਨਹੀਂ ਚਾਹੁੰਦੇ ਸਾਡੀ ਜ਼ਿੰਦਗੀ ਤੋਂ ਕੋਈ ਪ੍ਰੇਰਿਤ ਹੋਵੇ। ਇਸ ਤਰ੍ਹਾਂ ਦੀ ਜ਼ਿੰਦਗੀ ਅਸੀਂ ਆਪਣੇ ਖਿਡਾਰੀਆਂ ਨੂੰ ਇਸ ਤਰ੍ਹਾਂ ਟਰੀਟ ਕਰਦੇ ਹਾਂ। ਇਹ ਆਪਣੇ ਆਪ ਦੇ ਵਿੱਚ ਤੁਸੀਂ ਸਮਝੋ, ਕਿਸੇ ਵੀ ਸਰਕਾਰ ਲਈ, ਕਿਸੇ ਵੀ ਮੁਲਕ ਲਈ ਜਾਂ ਕਿਸੇ ਵੀ ਸੂਬੇ ਲਈ ਮੈਨੂੰ ਲੱਗਦਾ ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਨਹੀਂ ਹੋ ਸਕਦੀ। ਔਰ ਗੱਲ ਇੱਥੇ ਨਹੀਂ ਆਪਾਂ ਖਤਮ ਕਰਨੀ। ਹੁਣ ਚੱਲਦੇ ਹਾਂ ਦਿੱਲੀ ਦੇ ਉਸ ਜੰਤਰ ਮੰਤਰ ਤੇ। ਦਿੱਲੀ ਦੇ ਵਿੱਚ ਵੀ ਨਾਮੀ ਗ੍ਰਾਮੀ ਖਿਡਾਰੀ, ਮੈਂ ਕਹੂੰਗਾ ਖਿਡਾਰਨਾ, ਚਾਹੇ ਉਹ ਵਿਨੇਸ਼ ਫੋਗਾਟ ਹੋਵੇ, ਚਾਹੇ ਉਹ ਸਾਕਸ਼ੀ ਮਲਿਕ ਹੋਵੇ, ਚਾਹੇ ਉਹ ਬਜਰੰਗ ਪੂਨੀਆ, ਇਹ ਸਾਰੇ ਹੀ ਰੈਸਲਰਸ, ਇਹਨਾਂ ਨੇ ਇੰਟਰਨੈਸ਼ਨਲ ਲੈਵਲ ਤੇ ਓਲੰਪਿਕਸ ਦੇ ਵਿੱਚ, ਕਾਮਨਵੈਲਥ ਗੇਮਸ ਦੇ ਵਿੱਚ, ਏਸ਼ੀਅਨ ਗੇਮਸ ਦੇ ਵਿੱਚ ਮੈਡਲ ਲੈ ਕੇ ਆਉਂਦੇ ਨੇ। ਤੇ ਤੁਸੀਂ ਆਪ ਦੱਸੋ, ਅੱਜ ਉਹ ਵੀ ਬੀਤੇ ਐਤਵਾਰ ਤੋਂ ਬੈਠੇ ਹੋਏ ਨੇ, 23 ਅਪ੍ਰੈਲ ਤੋਂ ਬੈਠੇ ਹੋਏ ਨੇ। ਕਾਹਦੇ ਲਈ ਬੈਠੇ ਹੋਏ ਨੇ? ਕੀ ਉਹਨਾਂ ਨੇ ਕੋਈ ਪੈਸੇ ਲੈਣੇ ਆ? ਕੀ ਉਹਨਾਂ ਨੂੰ ਕੋਈ ਇਨਾਮ ਚਾਹੀਦਾ? हमारी लड़ाई है कि हमने जो कंप्लेंट्स दी है लड़कियों ने सेक्सुअल हरासमेंट की ब्रजभूषण शरण के खिलाफ, उसके ऊपर FIR दर्ज हो, उनको अरेस्ट किया जाए और उसके बाद में पुलिस जो भी उचित कार्रवाई समझती है, जितना भी इन्वेस्टिगेशन करना है वो करे और देश की उच्च न्यायालय हमें न्याय दिलवाए। ये हमारी लड़ाई है। केवल ते केवल इसलिए क्योंकि जेडे रैसलिंग फैडरेशन ऑफ इंडिया के प्रधान ने ब्रजभूषण शरण सिंह, भारतीय जनता पार्टी के MP, ਉਹਨਾਂ ਦੇ ਖਿਲਾਫ ਇੱਕ ਕੇਸ ਦਰਜ ਨਹੀਂ ਹੋ ਰਿਹਾ ਸੈਕਸੁਅਲ ਐਕਸਪਲੋਇਟੇਸ਼ਨ ਦਾ। ਜਿਸ ਤਰ੍ਹਾਂ ਉਹਨਾਂ ਨੇ ਸੈਕਸੁਅਲ ਐਕਸਪਲੋਇਟੇਸ਼ਨ ਕੀਤੀ ਸਨ 2012 ਤੋਂ ਲੈ ਕੇ ਸਨ 2022 ਤੱਕ, ਉਹ ਮਾਮਲਾ ਨਹੀਂ ਦਰਜ ਹੋ ਰਿਹਾ। ਕਿ ਸਰਕਾਰ ਇੰਨੀ ਕਮਜ਼ੋਰ ਆ? ਤੇ ਕੇਵਲ ਜੇ ਉਹਨਾਂ ਦੇ ਕੋਈ ਸਮਰਥਨ 'ਚ ਹਜੇ ਤੱਕ ਗਿਆ ਤੇ ਉਹ ਗਏ ਨੇ ਜਾਂ ਤਾਂ ਕਪਿਲ ਸਿੱਬਲ ਜਿਹੜੇ ਉਹਨਾਂ ਦਾ ਕੇਸ ਲੜ ਰਹੇ ਨੇ, ਤੇ ਜਾਂ ਸਤਿਆਪਾਲ ਮਲਿਕ ਜੰਮੂ ਕਸ਼ਮੀਰ ਦੇ ਸਾਬਕਾ ਗਵਰਨਰ। ਜੰਮੂ ਕਸ਼ਮੀਰ ਦੇ ਸਾਬਕਾ ਗਵਰਨਰ ਤਾਂ ਉੱਥੇ ਜਾ ਕੇ ਬੈਠ ਹੀ ਗਏ। ਕਹਿੰਦੇ ਮੈਨੂੰ ਤਾਂ ਬੜੀ ਹੈਰਾਨੀ ਹੁੰਦੀ ਆ, ਜਿਹੜਾ ਕੰਮ 1 ਮਿੰਟ ਦਾ ਕੰਮ ਸੀ ਉਹ ਉਸ ਨੂੰ ਇੰਨੀ ਦੇਰ ਕਿਉਂ ਲਾਈ ਜਾ ਰਹੀ ਆ? ਔਰ ਕਹਿੰਦੇ ਮੈਨੂੰ ਜਦੋਂ ਕਹੋਗੇ ਮੈਨੂੰ ਉਦੋਂ ਬੁਲਾ ਲਿਓ। ਪਰ ਇੱਥੇ ਮੈਂ ਦੇਖ ਰਿਹਾ ਸੀ ਅਰਵਿੰਦ ਕੇਜਰੀਵਾਲ ਕਿਤੇ ਗਾਇਬ ਨੇ। ਅਰਵਿੰਦ ਕੇਜਰੀਵਾਲ ਨੇ ਜਦੋਂ ਜਨਵਰੀ ਦੇ ਮਹੀਨੇ ਦੇ ਵਿੱਚ ਇਹ ਸਾਰੇ ਐਥਲੀਟਸ ਜਾਂ ਰੈਸਲਰਸ ਬੈਠੇ ਸੀ, ਉਦੋਂ ਸਟੇਟਮੈਂਟ ਤਾਂ ਜਾਰੀ ਕੀਤੀ ਸੀ, ਕਹਿੰਦੇ ਮੈਂ ਇਹਨਾਂ ਦੇ ਨਾਲ ਆ। ਪਰ ਇਹ ਜਾ ਕੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਨਾਲ ਕਿਉਂ ਨਹੀਂ ਬਹਿੰਦੇ? ਦਿੱਲੀ ਦੇ ਮੁੱਖ ਮੰਤਰੀ ਆ, ਤੁਸੀਂ ਧਰਨੇ ਪ੍ਰਦਰਸ਼ਨਾਂ ਤੋਂ ਆਏ ਹੋ ਔਰ ਤੁਹਾਡੇ ਦਿੱਲੀ ਦੇ ਵਿੱਚ ਜੰਤਰ ਮੰਤਰ ਦੇ ਵਿੱਚ ਇਹ ਧਰਨਾ ਲੱਗਾ ਹੋਇਆ। ਹੁਣ ਤੁਸੀਂ ਇੱਕ ਪਾਸੇ ਤਾਂ ਕਹਿੰਦੇ ਹੋ, ਕਹਿੰਦੇ ਮੈਂ ਸਤਪਾਲ ਮਲਿਕ ਦੇ ਜਿਹੜਾ ਉਹਨਾਂ ਦਾ ਇੱਕ ਤਰ੍ਹਾਂ ਦਾ ਬਹਾਦਰੀ ਆ, ਕਹਿੰਦੇ ਜਿਸ ਤਰ੍ਹਾਂ ਦੇ ਉਹਨਾਂ ਨੇ ਖੁਲਾਸੇ ਕੀਤੇ ਨੇ ਪ੍ਰਧਾਨ ਮੰਤਰੀ ਦੇ ਖਿਲਾਫ, ਉਹ ਤਾਂ ਬਹੁਤ ਡੇਰਿੰਗ ਆ। ਕਹਿੰਦੇ ਇਸ ਤਰ੍ਹਾਂ ਦਾ ਡੇਰਿੰਗ ਕੰਮ ਤਾਂ ਕੋਈ ਕਰ ਹੀ ਨਹੀਂ ਸਕਦਾ, ਇਸ ਕਰਕੇ ਮੈਂ ਸਤਪਾਲ ਮਲਿਕ ਦੇ ਨਾਲ ਖੜਾ। ਇਹ ਅਰਵਿੰਦ ਕੇਜਰੀਵਾਲ ਕਹਿੰਦੇ ਨੇ, ਤੁਸੀਂ ਉਹਨਾਂ ਦੀ ਸਟੇਟਮੈਂਟ ਪੜ੍ਹ ਸਕਦੇ ਹੋ। ਪਰ ਸਤਪਾਲ ਮਲਿਕ ਤਾਂ ਅਰਵਿੰਦ ਕੇਜਰੀਵਾਲ ਜੀ ਇਹ ਵੀ ਕਹਿੰਦੇ ਨੇ, ਕਹਿੰਦੇ ਜੰਮੂ ਕਸ਼ਮੀਰ ਨੂੰ ਤੋਂ ਜਦੋਂ ਸਨ 2019 ਦੇ ਵਿੱਚ ਧਾਰਾ 370 ਹਟਾਈ ਗਈ ਸੀ, 35A ਹਟਾਇਆ ਗਿਆ ਸੀ, ਉਸ ਤੋਂ ਬਾਅਦ ਉਹਦਾ ਜਿਹੜਾ ਸਟੇਟਸ ਸੀ ਉਹ ਬਦਲ ਕੇ UT ਕਰ ਦਿੱਤਾ ਗਿਆ ਸੀ, ਸਟੇਟ ਤੋਂ ਡਾਊਨਗ੍ਰੇਡ ਕਰਕੇ ਯੂਨੀਅਨ ਟੈਰੀਟਰੀ ਕਰ ਦਿੱਤਾ ਗਿਆ ਸੀ। ਕਹਿੰਦੇ ਮੈਂ ਇਸ ਨਾਲ ਸਹਿਮਤ ਨਹੀਂ ਆ। ਕੀ ਤੁਸੀਂ ਉਹਨਾਂ ਦੇ ਨਾਲ ਇਸ ਗੱਲ ਨਾਲ ਸਹਿਮਤ ਹੋ? ਕਿਉਂਕਿ ਤੁਸੀਂ ਤਾਂ ਜਦੋਂ ਜੰਮੂ ਕਸ਼ਮੀਰ ਨੂੰ ਯੂਨੀਅਨ ਟੈਰੀਟਰੀ ਬਣਾਇਆ ਗਿਆ, ਤੁਸੀਂ ਤਾਂ ਕਦੇ ਬੋਲੇ ਹੀ ਨਹੀਂ, ਤੁਸੀਂ ਤਾਂ ਚੁੱਪ ਹੀ ਹੋ ਗਏ ਸੀ। ਉਹੀ ਤੁਸੀਂ ਅਰਵਿੰਦ ਕੇਜਰੀਵਾਲ ਹੋ
ਜਿਹੜੇ ਕਹਿੰਦੇ ਹੁੰਦੇ ਸੀ ਕਿ ਮੈਨੂੰ ਦਿੱਲੀ ਦਾ ਪੂਰਨ ਦਰਜਾ ਚਾਹੀਦਾ, ਸਟੇਟ ਦਾ ਦਰਜਾ ਚਾਹੀਦਾ, ਪਰ ਜਿਉਂ ਹੀ ਜੰਮੂ ਕਸ਼ਮੀਰ ਯੂਨੀਅਨ ਟੈਰੀਟਰੀ ਬਣਦੀ ਹੈ ਤੁਸੀਂ ਬੋਲਣਾ ਬਿਲਕੁਲ ਬੰਦ ਕਰਤਾ। ਤੇ ਤੁਸੀਂ ਇੱਕ ਪਾਸੇ ਕਹਿੰਦੇ ਹੋ ਕਿ ਸਤਪਾਲ ਮਲਿਕ ਨੂੰ ਅਸੀਂ ਸਪੋਰਟ ਕਰਦੇ ਹਾਂ। ਖੈਰ ਵਾਪਸ ਆਉਂਦੇ ਆ ਰੈਸਲਰਸ ਦੀ। ਦਿੱਲੀ ਪੁਲਿਸ ਨੇ ਸੁਪਰੀਮ ਕੋਰਟ ਦੇ ਵਿੱਚ ਬੀਤੇ ਕੱਲ ਬੁੱਧਵਾਰ ਦੀ ਗੱਲ ਕਰ ਰਿਹਾ, ਕਿਉਂਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ DY ਚੰਦਰਚੂੜ ਨੇ ਜਵਾਬ ਮੰਗਿਆ ਸੀ ਦਿੱਲੀ ਪੁਲਿਸ ਤੋਂ ਕਿ ਤੁਸੀਂ FIR ਦਰਜ ਕਿਉਂ ਨਹੀਂ ਕਰ ਰਹੇ, ਔਰ ਉਹਨਾਂ ਨੇ ਕਿਹਾ, ਉਹਨਾਂ ਦੀ ਤਰਫੋਂ ਤੁਸ਼ਾਰ ਮਹਿਤਾ ਜਿਹੜੇ ਭਾਰਤ ਦੇ ਸੋਲਿਸਿਟਰ ਜਨਰਲ ਨੇ ਉਹ ਪੇਸ਼ ਹੋਏ ਸੀ। ਉਹ ਕਹਿੰਦੇ ਕਿ ਦੇਖੋ ਜੀ ਇਹਦੇ ਲਈ ਇਨਵੈਸਟੀਗੇਸ਼ਨ ਦੀ ਲੋੜ ਆ, ਇਹਦੀ ਵੈਸੇ ਸੁਣਵਾਈ ਕੱਲ ਆਉਣ ਵਾਲੇ ਸ਼ੁੱਕਰਵਾਰ ਨੂੰ ਹੋ ਰਹੀ ਆ, ਉਦੋਂ ਦੇਖਦੇ ਆ। ਔਰ ਉਦੋਂ ਤੱਕ ਚੀਫ ਜਸਟਿਸ ਆਫ ਇੰਡੀਆ DY ਚੰਦਰਚੂੜ ਨੇ ਕਿਹਾ ਕਿ ਇਹਦੇ ਉੱਤੇ ਡਿਟੇਲਡ ਐਫੀਡੇਵਿਟ ਫਾਈਲ ਕਰੋ। ਵੈਸੇ ਕਪਿਲ ਸਿੱਬਲ ਨੇ ਇਹ ਗੱਲ ਕਹੀ ਸੀ, ਕਪਿਲ ਸਿੱਬਲ ਜਦੋਂ ਇਹਨਾਂ ਵੱਲੋਂ ਪੇਸ਼ ਹੋ ਰਹੇ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ CRPC 166A ਸਬਸੈਕਸ਼ਨ C ਦੇ ਅਨੁਸਾਰ ਜੇ ਕੋਈ ਪੁਲਿਸ ਆਫੀਸਰ ਕੇਸ ਦਰਜ ਨਹੀਂ ਕਰਦਾ ਉਹਦੀ ਵੀ ਪ੍ਰੋਸੀਕਿਊਸ਼ਨ ਹੋਣੀ ਚਾਹੀਦੀ ਹੈ, ਕਿਉਂਕਿ ਇਸ ਦੇ ਵਿੱਚ ਇਸ ਧਾਰਾ ਦੇ ਵਿੱਚ ਆਲਰੇਡੀ ਅਮੈਂਡਮੈਂਟ ਹੋ ਚੁੱਕੀ ਹੈ। ਕਹਿਣ ਦਾ ਭਾਵ ਆ ਕਿ ਇੰਨੇ ਖਿਲਾੜੀਆਂ ਰਾਤਾਂ ਨੂੰ, ਇਹ ਜਿਹੜੇ ਖਿਲਾੜੀ ਨੇ ਉਹ ਪ੍ਰੈਕਟਿਸ ਵੀ ਉੱਥੇ ਕਰ ਰਹੇ ਨੇ, ਸਾਰਾ ਕੁਝ ਉੱਥੇ ਕਰ ਰਹੇ ਨੇ ਸਿਰਫ ਇਸ ਲਈ ਕਿ ਉਹਨਾਂ ਨੂੰ ਇਨਸਾਫ ਮਿਲ ਜੇ। ਔਰ ਇਹੀ ਲੋਕ, ਔਰ ਤੁਸੀਂ ਦੇਖੋ ਵਿਨੇਸ਼ ਫੋਗਾਟ, ਬਜਰੰਗ ਪੂਨੀਆ, ਇਹਨਾਂ ਨੂੰ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਬੁਲਾਇਆ ਸੀ, ਕਈ ਵੀਡੀਓਜ਼ ਵੀ ਜਾਰੀ ਹੋਈ ਸੀ, ਉਹਨਾਂ ਨਾਲ ਗੱਲਬਾਤ ਕਰਦੇ ਵੀ ਨਜ਼ਰ ਆਉਂਦੇ ਨੇ ਔਰ ਇਹਨਾਂ ਨੂੰ ਫੋਲੋ ਵੀ ਕਰਦੇ ਨੇ। ਵੈਸੇ ਇਹਨਾਂ ਤੇ ਵੀ ਫਿਲਮ ਬਣਾ ਚੁੱਕੇ ਨੇ ਅਮੀਰ ਖਾਨ, ਦੰਗਲ ਫਿਲਮ ਤੁਸੀਂ ਜ਼ਰੂਰ ਦੇਖੀ ਹੋਏਗੀ। ਮੈਂ ਜਿਸ ਤਰ੍ਹਾਂ ਪਹਿਲਾਂ ਕੌਰ ਸਿੰਘ ਦੀ ਗੱਲ ਕੀਤੀ ਸੀ, ਉਹਨਾਂ ਤੇ ਵੀ ਫਿਲਮ ਬਣ ਗਈ, ਇਹਨਾਂ ਤੇ ਵੀ ਫਿਲਮ ਬਣ ਗਈ, ਪਰ ਇਹਨਾਂ ਨੂੰ ਇਨਸਾਫ ਕਦੋਂ ਮਿਲਣਾ? ਸੋ ਗਲੋਰੀਫਾਈ ਅਸੀਂ ਇਹਨਾਂ ਨੂੰ ਬਹੁਤ ਕਰ ਦਿੰਦੇ ਆ ਕਿ ਕਮਾਲ ਕਰਤਾ ਇਹਨਾਂ ਨੇ, ਤਾੜੀਆਂ ਮਾਰ ਦਿੰਦੇ ਆ, ਪਰ ਜਦੋਂ ਇਨਸਾਫ ਦੀ ਗੱਲ ਆਉਂਦੀ ਹੈ ਕਿਤੇ ਨਾ ਕਿਤੇ ਅਸੀਂ ਚੁੱਪ ਕਰ ਜਾਂਦੇ ਆ। ਸੋ ਜਿਹੜਾ ਇਹ ਨਾਰਾ ਭਾਰਤ ਸਰਕਾਰ ਦਾ ਬੇਟੀ ਪੜ੍ਹਾਓ ਬੇਟੀ ਬਚਾਓ, ਕੀ ਇਹ ਨਾਰੇ ਹੁਣ ਖੋਖਲੇ ਹੋ ਗਿਆ? ਇਸ ਗੱਲ ਤੇ ਵੀ ਵਿਚਾਰ ਕਰਨੀ ਪਏਗੀ। ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਪਾਰਟੀ, ਇਹਦੇ ਲੀਡਰਸ ਕਹਿ ਰਹੇ ਨੇ, ਕਹਿੰਦੇ ਅਰਵਿੰਦ ਕੇਜਰੀਵਾਲ ਜਿਹੜੇ ਸੜਕਾਂ ਤੋਂ ਉੱਠੇ ਸੀ ਉਹਨਾਂ ਨੂੰ ਹੁਣ ਸ਼ੀਸ਼ ਮਹਿਲ 'ਚ ਰਹਿਣ ਦੀ ਆਦਤ ਪੈ ਗਈ ਆ। ਮੈਂ ਤੁਹਾਡੇ ਨਾਲ ਕੱਲ ਕੁਝ ਖੁਲਾਸੇ ਕੀਤੇ ਸੀ ਕਿ ਕਿਸ ਤਰ੍ਹਾਂ 45 ਕਰੋੜ ਦੀ ਰੈਨੋਵੇਸ਼ਨ ਤਾਂ ਆਮ ਆਦਮੀ ਪਾਰਟੀ ਕਹਿ ਰਹੀ ਹੈ, ਪਰ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਪਾਰਟੀ ਕਹਿ ਰਹੀ ਹੈ ਕਿ ਇਹ ਇੱਕ ਸੁੰਦਰੀਕਰਨ ਆ, ਬਿਊਟੀਫਿਕੇਸ਼ਨ ਆ। ਕਿਉਂਕਿ ਜਿਹੜੀਆਂ ਗੱਲਾਂ ਆ ਰਹੀਆਂ ਨੇ, ਜਿਸ ਤਰ੍ਹਾਂ ਇੰਟੀਰੀਅਰ ਡੈਕੋਰੇਸ਼ਨ ਦੀ ਗੱਲ ਕਰ ਰਹੇ ਆ ਜਾਂ ਕਿਚਨ ਅਪਲਾਈਐਂਸਿਸ ਦੀ ਗੱਲ ਕਰ ਰਹੇ ਆ ਜਾਂ ਵਾਰਡਰੋਬਸ ਦੀ ਫਿਟਿੰਗਸ ਦੀ ਗੱਲ ਕਰ ਰਹੇ ਆ, ਇਹ ਰੈਨੋਵੇਸ਼ਨ ਤੱਕ ਤਾਂ ਨਹੀਂ ਸੀਮਿਤ। ਹਾਲਾਂਕਿ ਆਮ ਆਦਮੀ ਪਾਰਟੀ ਕਹਿ ਰਹੀ ਹੈ, ਕਹਿੰਦੇ ਸਾਡੀ 3 ਵਾਰੀ ਛੱਤ ਡਿੱਗ ਪਈ, ਤੁਹਾਨੂੰ ਤਾਂ ਕੋਈ ਰੋਕ ਨਹੀਂ ਰਿਹਾ, ਛੱਤ ਤੁਸੀਂ ਬਦਲਾਓ। ਪਰ ਆ ਜਿਹੜੇ ਹੁਣ ਹੋਰ ਖੁਲਾਸੇ ਹੋਏ ਨੇ, ਟਾਈਮਜ਼ ਨਾਓ ਨੇ ਕੁਝ ਹੋਰ ਖੁਲਾਸੇ ਕੀਤੇ ਨੇ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਪਰਦੇ ਵੀ ਲਏ ਗਏ ਨੇ, ਕਰਟਨਸ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ, ਤੇ ਇੱਕ ਪੀਸ ਪਰਦੇ ਦਾ 5 ਲੱਖ ਤੋਂ 8 ਲੱਖ ਰੁਪਏ ਦਾ, ਔਰ 23 ਪੀਸ ਲਏ ਗਏ ਨੇ, ਟੋਟਲ 97 ਲੱਖ ਦੇ ਪਰਦੇ ਲਏ ਗਏ ਨੇ। ਇਹ ਕੀ ਰੈਨੋਵੇਸ਼ਨ ਦਾ ਹਿੱਸਾ? ਅੱਗੇ ਆ ਜਾਓ। ਉਸ ਤੋਂ ਬਾਅਦ ਉਹ ਕਹਿੰਦੇ ਕਿ ਜਿਹੜਾ ਮਾਰਬਲ ਆ, ਡਾਇਰ ਪਰਲ ਦਾ ਮਾਰਬਲ, ਉਹ ਵੀਅਤਨਾਮ ਤੋਂ ਮੰਗਾਇਆ ਗਿਆ। ਵੀਅਤਨਾਮ ਤੋਂ ਜਿਹੜਾ ਮਾਰਬਲ ਮੰਗਾਇਆ ਗਿਆ ਉਹ ਉਹਨਾਂ ਨੇ ਲਗਾਇਆ, ਔਰ ਉਹਦੀ ਕੀਮਤ ਜਿਹੜੀ ਦੱਸੀ ਗਈ ਆ ਉਹ 3 ਕਰੋੜ ਰੁਪਏ ਦੀ ਦੱਸੀ ਗਈ ਆ। ਕੱਲ ਵੈਸੇ ਮੈਂ ਤੁਹਾਨੂੰ ਦੱਸਦਾ ਸੀ ਕਿਸ ਤਰ੍ਹਾਂ 11.5 ਕਰੋੜ ਬਲਕਿ 30 ਲੱਖ ਰੁਪਏ ਦੀ ਤਾਂ ਇੰਟੀਰੀਅਰ ਡਿਜ਼ਾਈਨਿੰਗ ਹੀ ਕਰਾਈ ਗਈ ਆ। ਹੁਣ ਇੱਕ ਹੋਰ ਖੁਲਾਸਾ ਵੀ ਹੋਇਆ, 40 ਲੱਖ ਰੁਪਏ ਦੀਆਂ 6 ਅਲਮਾਰੀਆਂ ਉਹ ਫਿਕਸ ਕਰਵਾਈਆਂ ਗਈਆਂ। ਮੈਨੂੰ ਤਾਂ 40 ਲੱਖ ਰੁਪਏ ਦੀਆਂ 6 ਅਲਮਾਰੀਆਂ, ਇਹ ਸਾਰੇ ਜਦੋਂ ਚੀਜ਼ਾਂ ਪੜ੍ਹਦੇ ਹੋ, ਤੁਸੀਂ ਦੇਖਦੇ ਹੋ, ਆਪਣੇ ਆਪ ਦੇ ਵਿੱਚ ਹੈਰਾਨੀ ਹੁੰਦੀ ਆ ਕਿ ਅਰਵਿੰਦ ਕੇਜਰੀਵਾਲ ਜਿਹੜੇ ਇੱਕ ਬਹੁਤ ਸਾਦਾ ਜੀਵਨ ਦੇ ਵਿੱਚ ਬਿਤਾਉਣ ਦੇ ਵਿੱਚ ਬੜਾ ਯਕੀਨ ਰੱਖਦੇ ਸੀ ਔਰ ਕਹਿੰਦੇ ਸੀ ਕਿ ਅਸੀਂ ਇਹ ਕੁਝ ਨਹੀਂ ਲੈਣਾ, ਕਾਰਾਂ ਨਹੀਂ ਲੈਣੀਆਂ, ਸਿਕਿਉਰਿਟੀ ਨਹੀਂ ਲੈਣੀ, ਬੰਗਲੇ ਨਹੀਂ ਲੈਣੇ, ਇੱਕ ਤਰ੍ਹਾਂ ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਬਦਲਾਅ ਆ ਕਿਸ ਤਰ੍ਹਾਂ ਗਿਆ? ਕੱਲਾ ਇੱਥੇ ਨਹੀਂ, ਤੁਸੀਂ ਦੇਖੋ ਮਈ ਦੇ ਮਹੀਨੇ ਦੇ ਵਿੱਚ ਜੋ ਸਿਕਿਉਰਿਟੀ ਦੀ ਗੱਲ ਆਉਂਦੀ ਆ, ਮਈ ਦੇ ਮਹੀਨੇ ਸਨ 2022 ਦੀ ਮੈਂ ਪਿਛਲੇ ਸਾਲ ਦੀ ਗੱਲ ਕਰ ਰਿਹਾ, ਯਾਦ ਕਰੋ ਉਦੋਂ VK ਭਾਮਰਾ ਪੰਜਾਬ ਦੇ DGP ਸੀ, ਬਾਅਦ ਦੇ ਵਿੱਚ ਤਾਂ ਖੈਰ DGP ਗੌਰਵ ਯਾਦਵ ਆ ਗਏ। ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਦਿੱਲੀ ਪੁਲਿਸ ਦੇ ਉਸ ਵਕਤ ਕਮਿਸ਼ਨਰ ਹੁੰਦੇ ਸੀ ਰਾਕੇਸ਼ ਅਸਥਾਨਾ। ਉਹਨਾਂ ਨੂੰ ਕਹਿੰਦੇ ਕਿ ਅਰਵਿੰਦ ਕੇਜਰੀਵਾਲ ਨੂੰ ਖਾਲਿਸਤਾਨ ਐਲੀਮੈਂਟਸ ਤੋਂ, ਕੁਝ ਖਾਲਿਸਤਾਨੀਆਂ ਤੋਂ ਬਹੁਤ ਉਹਨਾਂ ਦੀ ਜਾਨ ਨੂੰ ਖਤਰਾ, ਇਸ ਕਰਕੇ ਇਹਨਾਂ ਦੀ ਸਿਕਿਉਰਿਟੀ ਵਧਾ ਦਿੱਤੀ ਜਾਵੇ। ਰਾਕੇਸ਼ ਅਸਥਾਨਾ ਇਸ ਚਿੱਠੀ ਨੂੰ ਲੈ ਕੇ ਪਹੁੰਚ ਗਏ ਮਿਨਿਸਟਰੀ ਆਫ ਹੋਮ ਅਫੇਅਰਸ MHA ਵਿੱਚ ਪਹੁੰਚ ਗਏ, ਜਿਹਦੇ ਮੰਤਰੀ ਨੇ ਅਮਿਤ ਸ਼ਾਹ।
ਉੱਥੇ ਜਾ ਕੇ ਇਹ ਮੈਟਰ ਡਿਸਕਸ ਹੋਇਆ ਔਰ ਬਾਅਦ ਦੇ ਵਿੱਚ ਉਹਨਾਂ ਨੇ ਪੰਜਾਬ ਪੁਲਿਸ ਨੂੰ ਔਰ ਪੰਜਾਬ ਦੇ ਡੀਜੀਪੀ ਵੀਕੇ ਭਾਮਰਾ ਨੂੰ ਨਾ ਕਰਤੀ। ਕਹਿੰਦੇ ਅਸੀਂ ਤਾਂ ਨਹੀਂ ਤੁਹਾਨੂੰ ਪੁਲਿਸ ਦੇ ਸਕਦੇ, ਕਿਉਂਕਿ ਅਰਵਿੰਦ ਕੇਜਰੀਵਾਲ ਕੋਲ ਤਾਂ ਪਹਿਲਾਂ ਹੀ Z+ ਸਿਕਿਉਰਿਟੀ ਆ। ਸੋ ਇੰਨੀ ਫੋਰਸ ਤੁਸੀਂ ਹੋਰ ਕਰਨੀ ਕੀ ਆ? ਕਦੇ ਤੁਸੀਂ ਸੋਚਿਆ ਕਿ ਜਿਹੜਾ ਵਿਅਕਤੀ ਕਹਿੰਦਾ ਸੀ ਮੈਂ ਸਿਕਿਉਰਿਟੀ ਨਹੀਂ ਲੈਣੀ, ਸੁਰੱਖਿਆ ਨਹੀਂ ਲੈਣੀ, ਉਸ ਨੂੰ ਇੰਨੀ ਸੁਰੱਖਿਆ ਦੀ ਲੋੜ ਕਿਉਂ ਪੈ ਗਈ? ਉਸ ਨੂੰ ਤਾਂ ਕਾਮਨ ਮੈਨ ਦੇ ਨਾਲ, ਆਮ ਆਦਮੀ ਦੇ ਨਾਲ, ਉਹਦੇ ਨਾਲ ਲਗਾਤਾਰ ਰਾਬਤੇ ਦੇ ਵਿੱਚ ਹੋਣਾ ਚਾਹੀਦਾ। ਦੂਸਰੇ ਪਾਸੇ ਤੁਸੀਂ ਇੱਕ ਗੱਲ ਹੋਰ ਦੇਖੋ, ਕੱਲਾ ਇਹ ਐਗਜ਼ਾਮਪਲ ਨਹੀਂ, ਇੱਕ ਹੋਰ ਉਦਾਹਰਨ ਦਿੰਨਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਦੋਂ ਵੱਖਰੇ ਵੱਖਰੇ ਪੋਲੀਟੀਸ਼ੀਅਨਸ ਵੱਲੋਂ ਜਿਨ੍ਹਾਂ ਦੇ ਦਿਨਾਂ ਦੇ ਵਿੱਚ ਐਪਲੀਕੇਸ਼ਨਾਂ ਲਾਈਆਂ ਗਈਆਂ ਸੀ, ਅਰਜ਼ੀਆਂ ਲਾਈਆਂ ਗਈਆਂ ਸੀ ਕਿ ਸਾਡੀ ਸਿਕਿਉਰਿਟੀ ਬਹਾਲ ਕਰੋ, ਜਦੋਂ ਕਟੌਤੀ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਜਿਹੜੀ ਲਿਸਟ ਸੀ ਉਹ ਜਨਤਕ ਕਰ ਦਿੱਤੀ ਗਈ ਸੀ, ਉਸ ਵਿੱਚ ਅਰਵਿੰਦ ਕੇਜਰੀਵਾਲ ਦੀ ਜਿਹੜੀ ਸਿਕਿਉਰਿਟੀ ਦਿਖਾਈ ਸੀ Z+ ਦਿਖਾਈ ਸੀ ਔਰ ਉਹਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਵੱਲੋਂ ਸਿਕਿਉਰਿਟੀ ਮਿਲੀ ਸੀ ਬਤੌਰ ਪੰਜਾਬ ਦਾ ਕਨਵੀਨਰ। ਹਾਲਾਂਕਿ ਉਹ ਨੈਸ਼ਨਲ ਕਨਵੀਨਰ ਨੇ, ਉਹਦੇ ਵਿੱਚ ਪੰਜਾਬ ਦਾ ਕਨਵੀਨਰ ਦਿਖਾਇਆ ਗਿਆ ਸੀ। ਇਹ ਸਾਰੀਆਂ ਜਦੋਂ ਤੁਸੀਂ ਚੀਜ਼ਾਂ ਕਰਦੇ ਹੋ ਤੇ ਕੀ ਲੋਕਾਂ ਨੂੰ ਪਤਾ ਨਹੀਂ ਲੱਗਦਾ? ਇੱਕ ਪਾਸੇ ਜਦੋਂ ਤੁਹਾਡੀਆਂ, ਤੁਸੀਂ ਜਿਹਨੂੰ ਰੈਨੋਵੇਸ਼ਨ ਕਹਿੰਦੇ ਹੋ, ਜਿਸ ਤਰ੍ਹਾਂ ਦੇ ਮਹਿੰਗੇ ਸਮਾਨ 45 ਕਰੋੜ ਤੋਂ ਅੱਧੇ ਰੁਪਏ ਦਾ ਤਾਂ ਨਵਾਂ ਬੰਗਲਾ ਆ ਜੇ ਔਰ ਉੱਥੇ ਕੇਵਲ ਤੁਸੀਂ ਰੈਨੋਵੇਸ਼ਨਸ ਕਰ ਰਹੇ ਹੋ। ਇਹ ਸਾਰੇ ਖਰਚੇ ਦੇਖ ਕੇ ਤਾਂ ਆਮ ਵਿਅਕਤੀ ਹੈ ਜਿਹੜਾ ਉਹ ਬਿਲਕੁਲ ਹੈਰਾਨ ਹੋ ਜਾਏਗਾ। ਔਰ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਤੁਸੀਂ ਚਿੱਠੀਆਂ ਲਿਖ ਰਹੇ ਹੋ, ਜਿਸ ਤਰ੍ਹਾਂ ਦੀ ਨਫ਼ਰੀ ਤੁਸੀਂ ਵਧਾ ਰਹੇ ਹੋ, ਉਸ ਤੋਂ ਤਾਂ ਵਾਕਈ ਹਰ ਇੱਕ ਵਿਅਕਤੀ ਸ਼ੱਕ ਕਰੇਗਾ ਕਿ ਹੁਣ ਅਰਵਿੰਦ ਕੇਜਰੀਵਾਲ ਉਹ ਕੇਜਰੀਵਾਲ ਨਹੀਂ ਰਹੇ। ਤੁਸੀਂ ਦੇਖ ਰਹੇ ਹੋ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।